ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਗੁਰਸਿੱਖਾਂ ਦੇ ਅੰਦਰ ਆਮ ਤੌਰ 'ਤੇ 5 ਪ੍ਰਮੁੱਖ ਗੁਣ ਸਿੱਧੇ ਤੌਰ 'ਤੇ ਉਹਨਾਂ ਦੇ ਅੰਦਰ ਉਕਰੇ ਮਿਲਦੇ ਆ। ਉਹ ਹੈ ਸਤ, ਸੰਤੋਖ, ਦਇਆ, ਧਰਮ, ਧੀਰਜ। ਪਰ ਇਸ ਤੋਂ ਇਲਾਵਾ 2 ਜੋ ਵਿਸ਼ੇਸ਼ ਗੁਣ ਆ ਨਾ, ਉਹ ਗੁਣ ਕਿਸੇ ਬਿਰਲੇ ਗੁਰਸਿੱਖਾਂ ਦੇ ਵਿੱਚ ਹੁੰਦੇ ਆ। ਇੱਕ ਹੁੰਦਾ ਹੈ ਅਤ ਦਰਜੇ ਦੀ ਸਹਿਣਸ਼ੀਲਤਾ ਅਤੇ ਦੂਸਰਾ ਹੁੰਦਾ ਹੈਗਾ ਅਣਖ। ਸੋ ਇਹ ਜਿਹੜੇ 2 ਗੁਣ ਆ ਕਿ ਅਤ ਦਰਜੇ ਦੀ ਸਹਿਣਸ਼ੀਲਤਾ ਵੀ ਅੰਦਰ ਹੋਵੇ ਤਾਂ ਦੂਜਾ ਜਿਹੜਾ ਗੁਰਸਿੱਖ ਆ ਉਹ ਅਣਖੀ ਵੀ ਹੋਵੇ, ਗੈਰਤ ਵੀ ਹੋਵੇ, ਦੁਸ਼ਮਣਾਂ ਨੂੰ ਲਲਕਾਰਨ ਦੀ ਉਹਦੇ ਵਿੱਚ ਹਿੰਮਤ ਵੀ ਹੋਵੇ। ਸੋ ਇਹੋ ਜਿਹੜੇ ਗੁਰਸਿੱਖ ਆ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਦੇ ਨਾਲ ਹੀ ਆਤਮਾ ਦੇ ਅੰਦਰ ਪੂਰਨ ਸ਼ਾਂਤੀ, ਪੂਰਨ ਖੜਾਊ, ਪੂਰਨ ਖੇੜਾ ਬਣ ਜਾਂਦਾ ਹੈਗਾ। ਸੋ ਅੱਜ ਦਾਸ ਇਹੋ ਜਿਹੇ ਗੁਰਸਿੱਖਾਂ ਦੇ ਦਰਸ਼ਨ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਸੋ ਇੱਕ ਹੈ ਨਾ ਗੁਰਸਿੱਖ ਜਿਨ੍ਹਾਂ ਦਾ ਨਾਂ ਭਾਈ ਸਰਵਣ ਸਿੰਘ ਹੋਇਆ ਸੀ। ਇਹ ਜਿਹੜੇ ਗੁਰਸਿੱਖ ਸੀਗੇ ਇਹਨਾਂ ਨੇ ਅੰਮ੍ਰਿਤ ਆਪਣੇ ਟਾਈਮ ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਤੋਂ ਛਕਿਆ ਸੀਗਾ। ਸੋ ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਦੀ ਜਿਹੜੀ ਸੁਰਤ ਸੀਗੀ ਹੈ ਨਾ, ਉਹ ਬੜੀ ਉੱਚੀ ਆਤਮਿਕ ਅਡਾਰੀਆਂ ਦੇ ਵਿੱਚ ਪਹੁੰਚ ਗਈ ਸੀ। ਭਾਈ ਸਾਹਿਬ ਭਾਈ ਸਰਵਣ ਸਿੰਘ ਦੁਨਿਆਵੀ ਤੌਰ ਦੇ ਉੱਤੇ ਉਹ ਕੋਰੇ ਅਨਪੜ੍ਹ ਸੀ, ਉਹਨਾਂ ਦੇ ਘਰੋਂ ਵੀ ਜਿਹੜੀ ਸੀ ਉਹ ਕੋਰੇ ਅਨਪੜ੍ਹ ਸੀ। ਪਰ ਕਿਉਂਕਿ ਸਿਮਰਨ ਸਾਧਨਾ ਦੇ ਕਾਰਨ ਉਹਨਾਂ ਦੀ ਸੁਰਤ ਇੰਨੀ ਬੁਲੰਦੀਆਂ 'ਤੇ ਹੋ ਗਈ ਸੀ ਹੈ ਨਾ, ਹਰੇਕ ਕੋਈ ਆਦਮੀ ਭਾਈ ਸਾਹਿਬ ਉਹਨਾਂ ਦਾ ਸਤਿਕਾਰ ਕਰਦਾ ਹੁੰਦਾ ਸੀ। ਸੋ ਭਾਈ ਸਾਹਿਬ ਜੀ ਦੇ ਮਿੱਤਰ ਬਾਬਾ ਰਾਮ ਸਿੰਘ ਉਹਨਾਂ ਟਾਈਮਾਂ ਦੇ ਵਿੱਚ ਹੋਏ ਆ। ਉਹਨਾਂ ਨੇ ਇੱਕ ਵਾਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਭਾਈ ਸਰਵਣ ਸਿੰਘ ਦੇ ਬਾਰੇ ਦੱਸਿਆ ਕਿ ਤੁਹਾਡੇ ਨਾਲ ਦੇ ਪਿੰਡ ਅਰੰਗਾਵਾਲ ਦੇ ਕੋਲ ਇੱਕ ਫਾਲੇਵਾਲ ਪਿੰਡ ਹੈਗਾ। ਇਸ ਪਿੰਡ ਦੇ ਵਿੱਚ ਇੱਕ ਸਿੰਘ ਰਹਿੰਦੇ ਆ ਜਿਨ੍ਹਾਂ ਦਾ ਨਾਮ ਭਾਈ ਸਰਵਣ ਸਿੰਘ ਆ, ਜਿਹੜੇ ਬਹੁਤ ਉੱਚੀਆਂ ਆਤਮਿਕ ਅਡਾਰੀਆਂ ਦੇ ਮਾਲਕ ਆ। ਸੋ ਜਦੋਂ ਬਾਬਾ ਰਣਧੀਰ ਸਿੰਘ ਉਹਨਾਂ ਨੇ ਉਹਨਾਂ ਦਾ ਇਹ ਨਾਂ ਸੁਣਿਆ ਸੀਗਾ, ਮਨ ਦੇ ਵਿੱਚ ਇੱਛਾ ਹੋਈ ਕਿ ਉਹਨਾਂ ਦੇ ਦਰਸ਼ਨ ਕਰਨੇ ਆ। ਆਪ ਭਾਈ ਰਣਧੀਰ ਸਿੰਘ ਜੀ ਪੈਦਲ ਨਰੰਗਾਵਾਦ ਤੋਂ ਫਾਲੇਵਾਲ ਜਦ ਪਹੁੰਚੇ ਸੀਗੇ ਅਤੇ ਮਨ ਦੇ ਵਿੱਚ ਇੱਕ ਫੁਰਨਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਅੰਦਰ ਆ ਗਿਆ ਸੀਗਾ ਕਿ ਅਗਰ ਉਹ ਗੁਰਸਿੱਖ ਭਾਈ ਸਰਵਣ ਸਿੰਘ ਇੰਨੀਆਂ ਉੱਚੀਆਂ ਆਤਮਿਕ ਅਡਾਰੀਆਂ ਦੇ ਮਾਲਕ ਆ ਤਾਂ ਉਹ ਮੈਨੂੰ ਪਿੰਡੋਂ ਬਾਹਰ ਦਰਸ਼ਨ ਦੇਣ। ਪਰ ਕਿਉਂਕਿ ਭਾਈ ਸਾਹਿਬ ਹੁਣਾਂ ਦੇ ਅੰਦਰ ਨਾਮ ਭਜਨ ਸਿਮਰਨ ਦੀ ਲਹਿਰ ਚੱਲਦੀ ਰਹਿੰਦੀ ਹੁੰਦੀ ਸੀ, ਇਸ ਕਰਕੇ ਜਿਹੜਾ ਫੁਰਨਾ ਸੀਗਾ ਜਦ ਫਾਲੇਵਾਲ ਪਿੰਡ ਦੇ ਲਾਗੇ ਫੁਰਨਾ ਵੀ ਭਾਈ ਸਾਹਿਬ ਹੁਣਾਂ ਨੂੰ ਭੁੱਲ ਗਿਆ। ਪਰ ਸਾਹਮਣੇ ਕੀ ਦੇਖਿਆ ਕਿ ਇੱਕ ਗੁਰਸਿੱਖ ਜਿਹਨੇ ਤੇੜ ਕਸ਼ਹਿਰਾ ਪਾਇਆ ਹੋਇਆ ਪਰ ਪਿੰਡਾ ਨੰਗਾ ਹੈਗਾ, ਮੱਝ ਫੜੀ ਉਹਨਾਂ ਦੇ ਕੋਲੋਂ ਦੀ ਲੰਘ ਗਿਆ ਸੀ। ਜਦੋਂ ਭਾਈ ਸਾਹਿਬ ਹੁਣਾਂ ਨੇ ਉਸ ਗੁਰਸਿੱਖ ਨੂੰ ਦੇਖਿਆ, ਮਨ ਦੇ ਵਿੱਚ ਬਹੁਤਾ ਧਿਆਨ ਨਹੀਂ ਦਿੱਤਾ, ਕੋਲੋਂ ਦੀ ਚੁੱਪ ਕਰਕੇ ਲੰਘ ਗਏ। ਪਰ ਜਾ ਕੇ ਜਦ ਪਿੰਡ ਦੇ ਜੂਹ ਦੇ ਵਿੱਚ ਪਿੰਡ ਦੇ ਪਤਵੰਤਿਆ ਸੱਜਣ ਨੇ ਪੁੱਛਿਆ ਕਿ ਮੈਂ ਹੈ ਨਾ ਭਾਈ ਸਰਵਣ ਸਿੰਘ ਹੁਣਾਂ ਨੂੰ ਮਿਲਣਾ, ਅਤੇ ਉਹਨਾਂ ਨੇ ਦੱਸਿਆ ਸੀਗਾ ਵੀ ਉਹੀ ਆ ਜਿਹੜੇ ਪਿੰਡੋਂ ਬਾਹਰ ਤੁਹਾਡੇ ਸਾਹਮਣੇ ਮੱਝ ਲੈ ਕੇ ਜਾਂਦੇ ਸੀ। ਜਦ ਇਹ ਗੱਲ ਬਾਬਾ ਰਣਧੀਰ ਸਿੰਘ ਨੇ ਸੁਣੀ ਸੀ, ਮਨ ਦੇ ਵਿੱਚ ਖਿਆਲ ਆਇਆ ਕਿ ਜੋ ਮੇਰਾ ਮਨ ਦੇ ਵਿੱਚ ਪਹਿਲਾਂ ਫੁਰਨਾ ਸੀਗਾ ਕਿ ਉਹ ਤਾਂ ਫੁਰਨਾ ਪੂਰਨ ਸਾਖਸ਼ਾਤ ਪ੍ਰਤੱਖ ਹੋ ਗਿਆ ਹੈਗਾ, ਕਿ ਮੈਂ ਮਨ 'ਚ ਫੁਰਨਾ ਕੀਤਾ ਸੀਗਾ ਕਿ ਅਗਰ ਉੱਚੀਆਂ ਅਡਾਰੀਆਂ ਦੇ ਮਾਲਕ ਅਤੇ ਪਿੰਡੋਂ ਬਾਹਰ ਦਰਸ਼ਨ ਦੇਣ, ਵਾਕਿਆ ਹੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਪਿੰਡੋਂ ਬਾਹਰ ਦਰਸ਼ਨ ਦੇ ਦਿੱਤੇ ਆ। ਉਸ ਤੋਂ ਬਾਅਦ ਫਿਰ ਭਾਈ ਸਾਹਿਬ ਹੁਣਾਂ ਦਾ ਮੇਰ ਮਿਲਾਪ ਨਾ ਭਾਈ ਸਰਵਣ ਸਿੰਘ ਹੁਣਾਂ ਦੇ ਨਾਲ ਬੜਾ ਗਹਿਰਾ ਹੋ ਗਿਆ ਸੀਗਾ। ਇਹ ਮਿੱਤਰਤਾ ਬੜੀ ਗਹਿਰੀ ਹੋ ਗਈ ਸੀ। ਔਰ ਜਿੱਥੇ ਵੀ ਭਾਈ ਸਾਹਿਬ ਜਾਂਦੇ ਹੁੰਦੇ ਸੀ ਨਾ ਆਪਣੇ ਜਥੇ ਦੇ ਨਾਲ, ਅਤੇ ਭਾਈ ਸਰਵਣ ਸਿੰਘ ਹੁਣਾਂ ਨੇ ਜ਼ਰੂਰ ਨਾਲ ਲੈ ਕੇ ਜਾਂਦੇ ਹੁੰਦੇ ਸੀ। ਇੱਕ ਵਾਰ ਦਾ ਜ਼ਿਕਰ ਵਾ ਕਿ ਭਾਈ ਸਰਵਣ ਸਿੰਘ ਜਦ ਬਾਬਾ ਰਣਧੀਰ ਸਿੰਘ ਦੇ ਨਾਲ ਜਥੇ ਦੇ ਵਿੱਚ ਅੰਬਾਲਾ ਛਾਉਣੀ ਜਾ ਰਹੇ ਸੀ, ਉੱਥੇ ਜਦ ਸਟੇਸ਼ਨ 'ਤੇ ਉਤਰੇ ਆ ਅਤੇ ਉੱਥੋਂ ਫਿਰ ਅੱਗੇ ਹੈ ਨਾ ਤੁਰ ਕੇ ਜਾਣਾ ਸੀ ਉਹਨਾਂ ਸਮਿਆਂ ਦੇ ਵਿੱਚ। ਅਤੇ ਭਾਈ ਸਾਹਿਬ ਭਾਈ ਸਰਵਣ ਸਿੰਘ ਦੀ ਹਾਲਤ ਜਿਹੜੀ ਸੀ ਬੜੀ ਮਸਤਾਨੀ ਸੀਗੀ। ਉਹਨਾਂ ਦੀ ਇੰਨੀ ਮਸਤਾਨੀ ਹੁੰਦੀ ਸੀਗੀ ਹਾਲਤ ਵੀ ਜੇ ਖੜੇ ਹੁੰਦੇ ਸੀ ਤਾਂ ਖੜਿਆਂ ਦੀ ਸਮਾਧੀ ਲੱਗ ਜਾਂਦੀ ਸੀ, ਜੇ ਲੰਮੇ ਪਏ ਹੁੰਦੇ ਸੀ ਤਾਂ ਲੰਮਿਆਂ ਦੀ ਸਮਾਧੀ ਲੱਗ ਜਾਂਦੀ ਹੁੰਦੀ ਸੀ। ਅਤੇ ਦੁਨੀਆ ਦੇ ਵਿੱਚ ਇਹ ਚਰਚਾ ਹੁੰਦੀ ਸੀਗੀ ਕਿ ਭਾਈ ਸਾਹਿਬ ਨੂੰ ਕੋਈ ਐਸਾ ਰੋਗ ਲੱਗ ਗਿਆ ਜਾਂ ਤਾਂ ਮਿਰਗੀ ਦਾ ਹੈ, ਅਤੇ ਇਹਨਾਂ ਨੂੰ ਕੋਈ ਹੋਸ਼ ਨਹੀਂ ਰਹਿੰਦੀ। ਜੇ ਖੜੇ ਆ ਤਾਂ ਖੜੇ ਰਹਿੰਦੇ, ਜੇ ਲੰਮੇ ਤਾਂ ਲੰਮੇ ਪੈ ਰਹਿੰਦੇ ਆ, ਅਤੇ ਇਹਨਾਂ ਦੇ ਸਵਾਸ ਵੀ ਨਹੀਂ ਚੱਲਦੇ ਹੈ। ਇਹ ਜਿਹੜੀਆਂ ਘਟਨਾਵਾਂ ਅਕਸਰ ਜਿਹੜੀਆਂ ਸੀ ਉਹ ਫਾਲੇਵਾਲ ਇਲਾਕੇ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੇ ਮੂੰਹਾਂ ਤੋਂ ਸੁਣੀਆਂ ਜਾਂਦੀਆਂ ਸੀਗੀਆਂ। ਪਰ ਇਸ ਅਵਸਥਾ ਨੂੰ ਉਹੀ ਦੱਸ ਸਕਦਾ ਜਿਹੜਾ ਇਸ ਅਵਸਥਾ ਦਾ ਮਾਲਕ ਹੋਵੇ। ਸੋ ਜਦੋਂ ਅੰਬਾਲਾ ਛਾਉਣੀ ਦੇ ਉੱਤੇ ਭਾਈ ਸਾਹਿਬ ਭਾਈ ਸਰਵਣ ਸਿੰਘ ਹੁਣੀ ਜਦ ਖੜੇ ਖੜੇ ਉੱਥੇ ਸਮਾਧੀ ਸਥਿਰ ਹੋ ਗਏ, ਤਾਂ ਉਹਨਾਂ ਟਾਈਮਾਂ ਦੇ ਵਿੱਚ ਜਿਸ ਜਗ੍ਹਾ ਖੜੇ ਸੀ ਉੱਥੇ ਹੈ ਨਾ ਸਾਹਮਣੇ ਖਿੜਕੀ ਸੀ। ਉਹ ਜਿਹੜੀ ਖਿੜਕੀ ਸੀਗੀ ਉੱਥੇ ਆਮ ਕਰਕੇ ਜਿਹੜੇ ਰੇਲ ਦੇ ਯਾਤਰੂ ਸੀਗੇ ਉਸ ਖਿੜਕੀ ਖੁੱਲ੍ਹਣ ਤੋਂ ਬਾਅਦ ਉੱਥੇ ਟਿਕਟ ਲੈਂਦੇ ਹੁੰਦੇ ਸੀ। ਪਰ ਉਸ ਟਾਈਮ ਜਦ ਇੱਕ ਗੱਡੀ ਖੜ੍ਹੀ ਸੀ ਜਿੱਥੋਂ ਉਤਰੇ ਸੀਗੇ, ਉਸ ਤੋਂ ਬਾਅਦ ਇੱਕ ਨਵੀਂ ਗੱਡੀ ਆ ਕੇ ਜਦ ਰੁਕੀ ਆ, ਜਦ ਉਹ ਖਿੜਕੀ ਖੋਲ੍ਹੀ ਗਈ ਜਿਹਦੇ ਖਿੜਕੀ ਦੇ ਸਾਹਮਣੇ ਭਾਈ ਸਾਹਿਬ ਹੁਣੀ ਸਮਾਧੀ ਸਥਿਰ ਖੜ੍ਹੇ ਸੀਗੇ, ਅਤੇ ਫਿਰ
ਉਹ ਜਿਹੜੇ ਲੋਕੀ ਸੀ ਉਹ ਭਾਈ ਸਾਹਿਬ ਨੂੰ ਕਹਿਣ ਵੀ ਭਾਈ ਤੁਸੀਂ ਖਿੜਕੀ ਤੋਂ ਇੱਕ ਪਾਸੇ ਹੋ ਜਾਓ। ਜਦ ਇੰਨੀ ਗੱਲ ਹੋਈ ਸੀ ਤਾਂ ਹੁਣ ਭਾਈ ਸਾਹਿਬ ਜਿਹੜੀ ਸਮਾਧੀ ਸਥਿਰ ਸੀ, ਉਹਨਾਂ ਨੂੰ ਆਹ ਦੁਨੀਆ ਜਿਹੜੀ ਸੀ ਉੱਕਾ ਹੀ ਵਿਸਰ ਚੁੱਕੀ ਸੀਗੀ। ਉਹ ਤਾਂ ਆਪਣੇ ਆਨੰਦ ਮਗਨ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਘੋਲ ਮੁਲ ਚੁੱਕੇ ਸੀ, ਪਰ ਇਹ ਸੰਸਾਰ ਨਹੀਂ ਜਾਣਦਾ ਹੈਗਾ। ਜਦ ਲੋਕਾਂ ਨੇ ਭਾਈ ਸਰਬਣ ਸਿੰਘਾਂ ਨੂੰ ਆਵਾਜ਼ਾਂ ਮਾਰੀਆਂ, ਕਿਹਾ ਹੈਗਾ, ਅਤੇ ਕਈਆਂ ਨੇ ਹਲੂਣਿਆ ਵੀ, ਪਰ ਭਾਈ ਸਾਹਿਬ ਨੂੰ ਕੋਈ ਸੁੱਧ ਬੁੱਧ ਨਹੀਂ ਸੀ। ਫਿਰ ਉਹਨਾਂ ਨੇ ਇੱਕ ਨਾ ਜਿਹੜੇ ਸਿਪਾਹੀ ਸੀਗਾ ਉੱਥੇ, ਉਸ ਨੂੰ ਦੱਸਿਆ। ਜਦ ਉਹ ਸਿਪਾਹੀ ਆਇਆ ਤਾਂ ਉਹਨੇ ਭਾਈ ਸਰਬਣ ਸਿੰਘ ਨੂੰ ਕਿਹਾ, ਕਹਿੰਦੇ ਭਾਈ ਸਰਦਾਰ ਜੀ ਖਿੜਕੀ ਤੋਂ ਇੱਕ ਪਾਸੇ ਹੋ ਜਾਓ, ਨਾਲ ਦੀ ਯਾਤਰੀਆਂ ਨੇ ਟਿਕਟ ਲੈਣੀ ਆ। ਪਰ ਭਾਈ ਸਾਹਿਬ ਨੇ ਕੋਈ ਉੱਤਰ ਨਾ ਦਿੱਤਾ। ਅਤੇ ਉਹ ਸਿਪਾਹੀ ਨੇ 2-3 ਵਾਰੀ ਭਾਈ ਸਾਹਿਬ ਨੂੰ ਝੰਜੋੜਿਆ ਵੀ, ਪਰ ਭਾਈ ਸਰਬਣ ਸਿੰਘ ਉਹਨਾਂ ਦੇ ਉੱਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ, ਕਿਉਂਕਿ ਉਹ ਤਾਂ ਸਮਾਧੀ ਸਥਿਰ ਸੀ। ਜਿਸ ਕਰਕੇ ਫਿਰ ਜਿਹੜਾ ਪੁਲਸੀਆ ਸੀਗਾ ਉਸ ਦੇ ਮਨ ਦੇ ਵਿੱਚ ਕ੍ਰੋਧ ਆਇਆ, ਅਤੇ ਉਹਨੇ ਭਾਈ ਸਰਬਣ ਸਿੰਘ ਹੁਣਾਂ ਦੀ ਜ਼ੋਰ ਨਾਲ ਚਪੇੜ ਕੱਢ ਮਾਰੀ। ਜਦ ਮੂੰਹ 'ਤੇ ਚਪੇੜ ਮਾਰੀ ਤਾਂ ਭਾਈ ਸਾਹਿਬ ਹੁਣਾਂ ਨੇ ਜਦ ਅੱਖਾਂ ਖੋਲ੍ਹੀਆਂ, ਨਾਲ ਹੀ ਸੁਰਤ ਜਿਹੜੀ ਸੀ ਉਹ 5 ਭੂਤਕ ਸਰੀਰ 'ਚ ਆ ਗਏ। ਤਾਂ ਭਾਈ ਸਾਹਿਬ ਨੇ ਦੇਖਿਆ ਵੀ ਇੱਥੇ ਤਾਂ ਯਾਤਰੂ ਬੜੇ ਖੜ੍ਹੇ ਆ ਅਤੇ ਮੇਰੀ ਤੋਂ ਗਲਤੀ ਹੋ ਗਈ ਆ। ਤਾਂ ਫਿਰ ਉਹ ਜਿਹੜਾ ਸਿਪਾਹੀ ਸੀਗਾ ਭਾਈ ਸਾਹਿਬ ਨੂੰ ਕਹਿਣ ਲੱਗਾ ਕਿ ਮੈਂ ਹੀ ਤੁਹਾਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ, ਤੁਸੀਂ ਆ ਖਿੜਕੀ ਤੋਂ ਇੱਕ ਪਾਸੇ ਖੜੋ ਹੋਵੋ, ਤੁਸੀਂ ਉੱਥੇ ਬੁੱਤ ਵਾਂਗੂ ਖੜ੍ਹੇ ਹੋਏ ਆ, ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਗੱਡੀ ਆ ਕੇ ਰੁਕੀ ਆ, ਯਾਤਰੀਆਂ ਟਿਕਟਾਂ ਲੈਣੀਆਂ ਹੈਗੀਆਂ। ਉਸ ਤੋਂ ਬਾਅਦ ਜਦ ਭਾਈ ਸਾਹਿਬ ਨੂੰ ਅਸਲੀਅਤ ਦੀ ਸਮਝ ਆਈ ਤਾਂ ਭਾਈ ਸਾਹਿਬ ਉਸੇ ਟਾਈਮ ਉਹ ਜਿਹੜਾ ਪੁਲਿਸ ਵਾਲਾ ਸੀਗਾ ਉਹਦੇ ਪੈਰੀਂ ਪੈ ਗਏ। ਜਦ ਪੈਰਾਂ 'ਤੇ ਦਰਮ ਕੱਟ ਕੇ ਡਿੱਗੇ ਅਤੇ ਡਿੱਗਣ ਦੇ ਨਾਲ ਹੀ ਉਹ ਜਿਹੜਾ ਪੁਲਿਸ ਵਾਲਾ ਸੀਗਾ ਉਹ ਵੀ ਪਿੱਛੇ ਨੂੰ ਡਿੱਗ ਪਿਆ। ਜਦ ਪਿੱਛੇ ਨੂੰ ਡਿੱਗਿਆ ਤਾਂ ਪੁਲਿਸ ਵਾਲੇ ਨੇ ਉੱਚੀ ਜਿਹੜੀਆਂ ਇਹ ਰੌਲੀ ਪਾਉਣੀ ਸ਼ੁਰੂ ਕਰ ਦਿੱਤੀ ਕਿ ਮੈਨੂੰ ਇਸ ਗੁਰਸਿੱਖ ਤੋਂ ਬਚਾਓ, ਮੈਨੂੰ ਇਸ ਗੁਰਸਿੱਖ ਤੋਂ ਬਚਾਓ। ਜਦ ਇੰਨੀ ਗੱਲ ਹੋਈ, ਲੋਕੀ ਜਿਹੜੇ ਸੀਗੇ ਉਹ ਇਕੱਠੇ ਹੋ ਗਏ, ਅਤੇ ਇੱਧਰੋਂ ਬਾਬਾ ਰਣਧੀਰ ਸਿੰਘ ਜੀ ਆਪਣੇ ਜਥੇ ਦੇ ਨਾਲ ਜਲਦੀ ਨਾਲ ਉੱਥੇ ਪਹੁੰਚੇ। ਉਸ ਪੁਲਿਸ ਵਾਲੇ ਦੀ ਆਵਾਜ਼ ਸੁਣ ਕੇ ਉਹਨੂੰ ਪੁੱਛਿਆ ਵੀ ਤੈਨੂੰ ਕੀ ਹੋ ਗਿਆ? ਉਹ ਕਹਿਣ ਲੱਗਾ ਕਿ ਇਹ ਮੈਨੂੰ ਕੀ ਹੋਇਆ ਇਹ ਨਾ ਪੁੱਛੋ, ਬਸ ਮੇਰਾ ਸਭ ਕੁਝ ਲੁੱਟਿਆ ਗਿਆ। ਜੋ ਮੇਰੇ ਦੇ ਵਿੱਚ ਸਾਰੀ ਕਲਾ ਸੀ, ਉਹ ਸਾਰੀ ਕਲਾ ਭਾਈ ਸਾਹਿਬ ਹੋਣਾ ਦੇ ਪੈਰੀ ਪੈਣ ਦੇ ਨਾਲ ਹੀ ਜਿਹੜੀ ਆ ਉਹ ਚਲੇ ਗਈ। ਮੇਰੇ ਤੋਂ ਜੋ ਗਲਤੀ ਹੋਈ ਇਹਨਾਂ ਦੇ ਥੱਪੜ ਮਾਰਦੀ, ਮੈਨੂੰ ਛੇਤੀ ਤੋਂ ਛੇਤੀ ਭਾਈ ਸਾਹਿਬ ਹੋਣਾ ਤੋਂ ਭੁੱਲ ਬਖਸ਼ਾਵੋ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਬਾਬਾ ਰਣਧੀਰ ਸਿੰਘ ਹੋਣਾ ਨੇ ਆਖਿਆ, ਕਹਿੰਦੇ ਭਾਈ ਵੀ ਤੈਨੂੰ ਇਹ ਨਹੀਂ ਪਤਾ ਹੈਗਾ ਵੀ ਭਾਈ ਸਾਹਿਬ ਹੋਣਾ ਦੀ ਜਿਹੜੀ ਅਵਸਥਾ ਹੈਗੀ ਉਹ ਕਿੰਨੀ ਉੱਚੀ ਆ, ਜਿਸ ਕਰਕੇ ਤੂੰ ਗਲਤੀ ਦੇ ਨਾਲ ਥੱਪੜ ਮਾਰਤਾ। ਫਿਰ ਪੁਲਿਸ ਵਾਲਾ ਕਹਿਣ ਲੱਗਾ ਕਿ ਮੈਨੂੰ ਨਹੀਂ ਸੀ ਪਤਾ ਕਿ ਭਾਈ ਸਾਹਿਬ ਹੁਣੀ ਸਮਾਧੀ ਸਥਿਰ ਖੜ੍ਹੇ ਸੀਗੇ, ਅਗਰ ਮੈਨੂੰ ਪਤਾ ਹੁੰਦਾ ਤਾਂ ਮੈਂ ਜ਼ਿੰਦਗੀ 'ਚ ਕਦੀ ਥੱਪੜ ਨਹੀਂ ਮਾਰਦਾ। ਖੈਰ ਫਿਰ ਉਹ ਪੁਲਿਸ ਵਾਲੇ ਨੂੰ ਜਿਹੜਾ ਸੀਗਾ ਉਸੇ ਟਾਈਮ ਮਾफ़ ਕਰ ਦਿੱਤਾ ਗਿਆ। ਪਰ ਜਦ ਇਹ ਗੱਲ ਹੋਈ ਸੀ ਉੱਥੇ ਇੱਕ ਈਸਾਈ ਪਾਦਰੀ ਖੜਾ ਸਾਰੀ ਘਟਨਾ ਤੱਕ ਰਿਹਾ ਸੀਗਾ। ਉਹ ਫਿਰ ਕੋਲ ਆਇਆ, ਉਹਨੇ ਕੋਲ ਆ ਕੇ ਜਥੇ ਨੂੰ ਇਹ ਗੱਲ ਆਖੀ ਵੀ ਸਾਡੇ ਈਸਾਈ ਧਰਮ ਦੇ ਵਿੱਚ ਈਸਾ ਮਸੀਹ ਨੇ ਇਹ ਆਖਿਆ ਕਿ ਅਗਰ ਕਿਸੇ ਈਸਾਈ ਦੇ ਉੱਤੇ ਕੋਈ ਥੱਪੜ ਮਾਰੇ ਤਾਂ ਉਸ ਨੂੰ ਆਪਣੀ ਦੂਜੀ ਗੱਲ ਵੀ ਅੱਗੇ ਕਰ ਦੇਣੀ ਚਾਹੀਦੀ ਆ, ਤਾਂ ਜੋ ਦੂਸਰਾ ਆਦਮੀ ਜਿਹੜਾ ਹੈ ਨਾ ਉਹ ਇੱਕ ਥੱਪੜ ਮਾਰਨ ਦੇ ਬਗੈਰ ਦੂਸਰਾ ਥੱਪੜ ਮਾਰ ਦੇਵੇ ਅਤੇ ਆਪੇ ਸ਼ਰਮਿੰਦਾ ਹੋ ਕੇ ਚੁੱਪ ਕਰ ਜਾਊਗਾ। ਪਰ ਫਿਰ ਉਸ ਪਾਦਰੀ ਨੇ ਭਾਈ ਸਾਹਿਬ ਨੂੰ ਇਹ ਆਖਿਆ ਵੀ ਤੁਹਾਡੇ ਗੁਰਸਿੱਖਾਂ ਦੇ ਵਿੱਚ ਇੱਕ ਚੀਜ਼ ਦੇਖੀ ਆ ਕਿ ਇਸ ਸਿਪਾਹੀ ਨੇ ਇੱਕ ਥੱਪੜ ਮਾਰਿਆ, ਪਰ ਭਾਈ ਸਾਹਿਬ ਹੋਣਾ ਨੇ ਉਸੇ ਟਾਈਮ ਉਹਦੇ ਚਰਨ ਫੜ ਲਏ ਸੀ। ਅਤੇ ਇਹ ਜਿਹੜੀ ਕਲਾ ਹੈਗੀ ਆ ਸਹਿਨਸ਼ੀਲਤਾ ਦੀ, ਐਡੀ ਗਹਿਰਾਈ ਦੀ ਸਹਿਨਸ਼ੀਲਤਾ, ਕਹਿੰਦੇ ਵੀ ਮੈਂ ਪਹਿਲੀ ਵਾਰ ਕਿਸੇ ਗੁਰਸਿੱਖ 'ਚ ਤੱਕੀ ਆ। ਜਦ ਇੰਨੀ ਗੱਲ ਹੋਈ ਸੀ ਫਿਰ ਉਸ ਤੋਂ ਬਾਅਦ ਫਿਰ ਉਹ ਸਾਈ ਕਹਿਣ ਲੱਗਾ ਸੀ, ਕਹਿੰਦਾ ਵੀ ਧੰਨਵਾਦ ਸਿੱਖ ਅਤੇ ਧੰਨਵਾਦ ਗੁਰੂ ਜਿਨ੍ਹਾਂ ਨੇ ਇਹਨਾਂ ਨੂੰ ਇਹੋ ਜਿਹੇ ਜਿਹੜੇ ਗੁਣ ਸਿਖਾਲੇ ਆ ਕਿ ਐਡੀ ਭਾਰੀ ਸਹਿਨਸ਼ੀਲਤਾ ਹੈਗੀ ਆ। ਥੱਪੜ ਖਾ ਕੇ ਵੀ ਥੱਪੜ ਮਾਰਨ ਵਾਲੇ ਦੇ ਪੈਰੀ ਪੈਂਦੇ ਆ। ਫਿਰ ਬਾਬਾ ਰਣਧੀਰ ਸਿੰਘ ਉਹਨਾਂ ਨੇ ਆਖਿਆ ਸੀ, ਕਹਿੰਦੇ ਵੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਕਿ ਜੋ ਤੇ ਮਹਿਰ ਨੂੰ ਮੁੱਕੀਆਂ ਤਿੰਨਾਂ ਨੇ ਮਾਰੇ ਘੁੰਮ, ਆਪ ਨੇੜੇ ਕਰ ਜਾਈਏ ਪੈਰ ਤਨਾਂ ਦੇ ਚੁੰਮ। ਉਸ ਤੋਂ ਬਾਅਦ ਫਿਰ ਉਹ ਜਿਹੜਾ ਪਾਦਰੀ ਸੀਗਾ ਆਸ਼ਾਸ਼ਕਾਰ ਉੱਠਿਆ ਅਤੇ ਉੱਥੋਂ ਚਲਿਆ ਗਿਆ। ਪਰ ਕੋਲ ਇੱਕ ਖੜਾ ਆਰੀਆ ਸਮਾਜੀ ਆਦਮੀ, ਉਹ ਵੀ ਇਸ ਘਟਨਾ ਨੂੰ ਤੱਕ ਰਿਹਾ ਸੀਗਾ। ਫਿਰ ਉਹ ਯਕਦਮ ਇਹ ਬੋਲ ਪਿਆ ਕਿ ਭਾਈ ਸਾਹਿਬ ਨੂੰ ਉਹਦੇ ਪੈਰੀਂ ਹੱਥ ਨਹੀਂ ਸੀ ਲਾਉਣਾ ਚਾਹੀਦਾ, ਸਮਾਂ ਕਿ ਉਸ ਪੁਲਿਸ ਵਾਲੇ ਦੇ ਨਾਲ ਪੂਰਾ ਝਗੜਾ ਕਰਨਾ ਚਾਹੀਦਾ ਸੀਗਾ, ਉਸਨੂੰ ਧੱਕੇ ਦੇਣੇ ਚਾਹੀਦੇ ਸੀ, ਥੱਪੜ ਦਾ ਜਵਾਬ ਥੱਪੜ 'ਚ ਦੇਣਾ ਚਾਹੀਦਾ ਸੀ। ਇਹ ਭਾਈ ਸਾਹਿਬ ਦੀ ਕਮਜ਼ੋਰੀ ਸੀ, ਜਾਂ ਭਾਈ ਸਾਹਿਬ ਅੰਦਰੋਂ ਡਰਪੋਕ ਆ ਜਿਹੜੇ ਉਸ ਪੁਲਿਸ ਦੇ ਪੈਰੀਂ ਹੱਥ ਜਿਹਨੇ ਨਹੀਂ ਲਾਤਾ ਸੀ। ਜਦ ਉਹ ਆਰੀਆ ਸਮਾਜੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਿਆ ਅਤੇ ਫਿਰ ਬਾਬਾ ਰਣਧੀਰ ਸਿੰਘ ਉਸ ਆਰੀਆ ਸਮਾਜੀ ਨੂੰ ਕਹਿਣ ਲੱਗੇ ਕਿ ਭੋਲਿਆ ਤੂੰ ਨਹੀਂ ਜਾਣਦਾ ਹੈਗਾ, ਤੈਨੂੰ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਗਾ ਹੈਗਾ ਕਿ ਸਿੱਖ ਦੀ ਅਵਸਥਾ ਕੀ ਹੁੰਦੀ ਹੈਗੀ ਆ। ਇਸ ਕਰਕੇ ਬਾਬਾ ਰਣਧੀਰ ਸਿੰਘ ਹੁਣਾਂ ਨੇ ਉਸ ਆਰੀਆ ਸਮਾਜੀ ਨੂੰ ਇਹ ਕਹਿ ਦਿੱਤਾ ਕਿ ਸਿੱਖ ਡਰਪੋਕ ਨਹੀਂ ਆ, ਇਹ ਸਿੱਖਾਂ ਦੇ ਅੰਦਰ ਸਹਿਨਸ਼ੀਲਤਾ ਦੀ ਅਤੇ ਗਹਿਰਾਈ ਹੈਗੀ ਆ, ਇਹ ਤੇਰੇ ਸਮਝ 'ਚ ਨਹੀਂ ਆ ਸਕਦੀ। ਇਸ ਕਰਕੇ ਭਾਈ ਸਾਹਿਬ ਹੁਣਾਂ ਨੇ ਕਿਹਾ ਕਿ ਤੇਰੇ ਨਾਲ ਗੱਲ ਕਰਨੀ ਹੀ ਫਜ਼ੂਲ ਹੈਗੀ ਆ। ਇਹ ਕਹਿ ਕੇ ਫਿਰ ਜਦੋਂ ਜਥਾ ਜਿਹੜਾ ਸੀਗਾ ਨਾ ਭਾਈ ਸਰਵਣ ਸਿੰਘ ਹੁਣਾਂ ਦੇ ਨਾਲ ਉੱਥੋਂ ਜਾ ਤੁਰ ਕੇ ਅੱਗੇ ਵਧਿਆ ਅਤੇ ਕੁਝ ਸਿੰਘਾਂ ਨੇ ਕਿਹਾ ਵੀ ਅਸੀਂ ਹੈ ਨਾ ਥੋੜ੍ਹਾ ਜੰਗਲ ਪਾਣੀ ਜਾਣਾ ਹੈਗਾ। ਇਸ ਕਰਕੇ ਕੁਝ ਸਿੰਘ ਜਿਹੜੇ ਨਾਲ ਦੇ ਜਥੇ ਜਿਹੇ ਸੀ ਝਾੜੀਆਂ 'ਚ ਚੱਲ ਗਏ ਅਤੇ ਬਾਬਾ ਰਣਧੀਰ ਸਿੰਘ ਹੁਣੀ ਵੀ ਜਿਹੜੇ ਸੀਗੇ ਉਹ ਇੱਕ ਝਾੜੀ ਦੇ ਵਿੱਚ ਜੰਗਲ ਪਾਣੀ ਵਾਸਤੇ ਬੈਠ ਗਏ। ਪਰ ਉਸ ਤੋਂ ਬਾਅਦ
ਫਿਰ ਜਿਹੜੇ ਭਾਈ ਸਰਵਣ ਸਿੰਘ ਹੋਣੇ ਸੀਗੇ ਇਹ ਅੱਗੇ ਤੁਰੇ ਜਾਂਦੇ ਗਏ। ਜਦ ਅੱਗੇ ਤੁਰੇ ਜਾਂਦੇ ਗਏ ਤਾਂ ਕਾਫੀ ਦੂਰ ਜਥੇ ਤੋਂ ਅੱਗੇ ਨਿਕਲ ਗਏ। ਤਾਂ ਉਸ ਤੋਂ ਬਾਅਦ ਜਦੋਂ ਬਾਬਾ ਰਣਧੀਰ ਸਿੰਘ ਜਿਹੜੇ ਸੀਗੇ ਉਹ ਹੱਥ ਸਾਰੇ ਸੁਚਮ ਕਰਕੇ ਜਦ ਉਹਨਾਂ ਨੇ ਕੀ ਤੱਕਿਆ ਕਿ ਉਸ ਇਲਾਕੇ ਜੰਗਲ ਦੇ ਵਿੱਚੋਂ ਕਿਸੇ ਅਬਲਾ ਦੀ ਆਵਾਜ਼ਾਂ ਆ ਰਹੀਆਂ ਅਤੇ ਉਹ ਮਦਦ ਵਾਸਤੇ ਪੁਕਾਰ ਕਰ ਰਹੀ ਆ। ਜਦ ਇਹ ਆਵਾਜ਼ਾਂ ਜਿਹੜੀਆਂ ਸੀਗੀਆਂ ਕਿਸੇ ਅਬਲਾ ਦੀਆਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਣਾਂ ਨੇ ਸੁਣੀਆਂ ਸੀ ਤਾਂ ਸਾਰਾ ਜਥਾ ਸੁਚੇਤ ਹੋ ਗਿਆ ਸੀ। ਫਿਰ ਭਾਈ ਸਾਹਿਬ ਹੁਣਾਂ ਨੇ ਜਥੇ ਨੂੰ ਉਸੇ ਟਾਈਮ ਆਖਿਆ ਵੀ ਇਹ ਜਿੱਥੋਂ ਆਵਾਜ਼ਾਂ ਸਹਾਇਤਾ ਵਾਸਤੇ ਆ ਰਹੀਆਂ ਹੈਗੀਆਂ ਅਤੇ ਸਾਨੂੰ ਉਸ ਅਬਲਾ ਦੀ ਜ਼ਰੂਰ ਸਹਾਇਤਾ ਕਰਨੀ ਚਾਹੀਦੀ ਜਿਹੜੀ ਇਸ ਬੀਆਬਾਨ ਇਕਾਂਤ ਜੰਗਲ ਦੇ ਵਿੱਚ ਪੁਕਾਰ ਰਹੀ ਆ। ਅਤੇ ਉਸੇ ਟਾਈਮ ਜਿਹੜਾ ਜਥਾ ਸੀ ਕਾਹਲੀ ਕਾਹਲੀ ਜਥੇ ਉਸ ਪਾਸੇ ਨੇ ਤੁਰਿਆ, ਪਰ ਕਿਉਂਕਿ ਭਾਈ ਸਾਹਿਬ ਭਾਈ ਸਰਵਣ ਸਿੰਘ ਜਥੇ ਤੋਂ ਅੱਗੇ ਕਾਫੀ ਨਿਕਲ ਗਏ ਸੀ ਅਤੇ ਜਿਸ ਜਗ੍ਹਾ ਤੋਂ ਉਹ ਜਿਹੜੀ ਅਬਲਾ ਆਵਾਜ਼ਾਂ ਮਾਰਦੀ ਸੀਗੀ ਅਤੇ ਉੱਥੇ ਫਿਰ ਭਾਈ ਸਾਹਿਬ ਭਾਈ ਸਰਵਣ ਸਿੰਘ ਸਭ ਤੋਂ ਪਹਿਲਾਂ ਪਹੁੰਚ ਗਏ ਸੀ। ਅਤੇ ਭਾਈ ਸਾਹਿਬ ਭਾਈ ਸਰਵਣ ਸਿੰਘ ਹੁਣਾਂ ਨੇ ਕੀ ਦੇਖਿਆ ਕਿ ਉੱਥੇ 4 ਗੋਰੇ ਸਿਪਾਹੀ, ਇੱਕ ਲੜਕੀ ਜਿਹੜੀ ਲੱਕੜਹਾਰਾਂ ਦੀ ਸੀਗੀ ਉਸ ਜੰਗਲ ਦੇ ਵਿੱਚ, ਉਸ ਦੇ ਨਾਲ ਜਬਰ ਜਨਾਹ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀਗੇ। ਅਤੇ ਜੋ ਹੀ ਭਾਈ ਸਰਵਣ ਸਿੰਘ ਹੁਣਾਂ ਨੇ ਇਹ ਤੱਕਿਆ ਬਸ ਅੰਤਰਾਤਮੇ ਉਸੇ ਟਾਈਮ ਭਾਈ ਸਾਹਿਬ ਦੇ ਅੰਦਰ ਐਸਾ ਜੋਸ਼ ਆਇਆ ਕਿ ਭਾਈ ਸਾਹਿਬ ਨੇ ਛਾਲ ਮਾਰ ਕੇ ਇੱਕ ਦਰੱਖਤ ਦਾ ਵੱਡਾ ਸਾਰਾ ਜਿਹੜਾ ਟਾਹਣਾ ਸੀਗਾ ਉਹ ਖਿੱਚ ਲਿਆ ਅਤੇ ਉਸ ਟਾਹਣਾ ਲੈ ਕੇ ਉਹਨਾਂ ਸਿਪਾਹੀਆਂ ਦੇ ਉੱਤੇ ਸ਼ੇਰ ਵਾਂਗੂ ਟੁੱਟ ਪਏ। ਜਦ ਸ਼ੇਰ ਵਾਂਗੂ ਟੁੱਟ ਕੇ ਤਾਂ ਭਾਈ ਸਾਹਿਬ ਭਾਈ ਸਰਵਣ ਸਿੰਘ ਹੁਣਾਂ ਨੇ ਉਹ 4 ਸਿਪਾਹੀਆਂ ਦੀ ਐਸੀ ਕੁੱਟਮਾਰ ਕੀਤੀ ਕਿ ਕੁੱਟ ਕੇ ਉਹਨਾਂ ਦੇ ਬੰਬੂ ਬੁਲਾਤੇ। ਤੋ ਜਿਹੜੇ 4 ਸਿਪਾਹੀ ਗੋਰੇ ਤਕੜੇ ਬਹੁਤ ਸੀਗੇ, ਪਰ ਭਾਈ ਸਾਹਿਬ ਦਾ ਸਰੀਰ ਇੰਨਾ ਤਕੜਾ ਨਹੀਂ ਸੀ, ਪਰ ਨਾਮ ਸਿਮਰਨ ਅਭਿਆਸ ਦੀ ਕਮਾਈ ਦੇ ਕਾਰਨ ਭਾਈ ਸਾਹਿਬ ਦਾ ਜਿਹੜਾ ਸਰੀਰ ਸੀਗਾ ਉਹ ਲੋਹੇ ਤੋਂ ਕੰਚਨ ਹੋ ਗਿਆ ਸੀਗਾ। ਫਿਰ ਉਹ ਜਿਹੜੇ 4 ਗੋਰੇ ਉਸ ਟਾਈਮ 'ਚ ਸਿਪਾਹੀ ਜਿਨ੍ਹਾਂ ਨੇ ਉਸ ਅਬਲਾ ਇੱਕ ਲੜਕੀ ਨੂੰ ਜਬਰ ਜਨਾਹ ਦੇ ਵਿੱਚ ਆਪਣੇ ਸਵਾਰਥ ਦੀ ਪੂਰਤੀ ਦੇ ਪਾਸੇ ਪਕੜਿਆ ਹੋਇਆ ਸੀਗਾ, ਜ਼ਮੀਨ ਦੇ ਉੱਤੇ ਲੇਟ ਗਏ ਔਰ ਭਾਈ ਸਾਹਿਬ ਦੇ ਅੱਗੇ ਹੱਥ ਜੋੜ ਕੇ ਮਿੰਨਤਾਂ ਕਰਨ ਲੱਗੇ। ਪਰ ਜਦ ਇਹ ਜਿਹੜਾ ਸਾਰੀ ਘਟਨਾ ਕਰਮ ਚੱਕਰ ਚੱਲ ਰਿਹਾ ਸੀ ਉਸ ਟਾਈਮ ਬਾਬਾ ਰਣਧੀਰ ਸਿੰਘ ਜਥੇ ਸਮੇਤ ਉੱਥੇ ਪਹੁੰਚ ਗਏ ਤਾਂ ਇਹ ਸਾਰਾ ਕੁਛ ਦੇਖਦੇ ਗਏ। ਪਰ ਉਸ ਤੋਂ ਬਾਅਦ ਨਾਲ ਜਿਹੜਾ ਆਰੀਆ ਸਮਾਜੀ ਜਿਹੜਾ ਉਸ ਸਟੇਸ਼ਨ 'ਤੇ ਖੜਾ ਆਦਮੀ ਸੀ ਉਹ ਵੀ ਬਾਬਾ ਰਣਧੀਰ ਸਿੰਘ ਜਥੇ ਦੇ ਨਾਲ ਆ ਰਿਹਾ ਸੀਗਾ। ਜਦ ਉਹਨੇ ਬਾਬਾ ਸਰਵਣ ਸਿੰਘ ਹੋਣਾ ਦਾ ਇਹ ਜਿਹੜਾ ਸੀਗਾ ਰੂਪ ਦੇਖਿਆ ਉਹ ਦੰਗ ਰਹਿ ਗਿਆ ਤੋ ਹੈਰਾਨ ਹੋ ਗਿਆ, ਸੋਚਣ ਲੱਗਾ ਕਿ ਇੱਕ ਪਾਸੇ ਤਾਂ ਇੱਕ ਸਿਪਾਹੀ ਨੇ ਥੱਪੜ ਇਹਨਾਂ ਦੇ ਮਾਰਿਆ ਸੀਗਾ ਅਤੇ ਇਹਨਾਂ ਨੇ ਉਹਨਾਂ ਦੇ ਪੈਰਾਂ 'ਤੇ ਹੱਥ ਰੱਖ ਦਿੱਤਾ ਸੀਗਾ, ਉਹਨਾਂ ਦੇ ਪੈਰ ਹੀ ਪੈ ਗਏ ਸੀਗੇ। ਪਰ ਇੱਥੇ ਇਕੱਲੇ ਹੀ ਇੱਕੋ ਹੀ ਡਾਂਗ ਸੋਟੇ ਦੇ ਨਾਲ ਕਿਵੇਂ 4 ਅੰਗਰੇਜ਼ ਸਿਪਾਹੀਆਂ ਦੇ ਇਹਨਾਂ ਨੇ ਬੰਬੂ ਬੁਲਾ ਦਿੱਤੇ ਆ ਅਤੇ ਉਹਨਾਂ ਨੂੰ ਮਾਰ ਕੇ ਇੰਨਾ ਸਜਾ ਦਿੱਤਾ ਹੈਗਾ ਅਤੇ ਉਹਨਾਂ ਨੂੰ ਫਿਰ ਬੰਨ੍ਹ ਕੇ ਉਹਨਾਂ ਦੇ ਹੀ ਤਾਂਗੇ ਦੇ ਉੱਤੇ ਉਹਨਾਂ ਨੂੰ ਪੂਰੀ ਤਰ੍ਹਾਂ ਲੱਦ ਦਿੱਤਾ ਹੈਗਾ। ਜਦ ਇਹ ਗੱਲ ਹੋਈ ਸੀ ਤਾਂ ਉਸ ਤੋਂ ਬਾਅਦ ਫਿਰ ਬਾਬਾ ਰਣਧੀਰ ਸਿੰਘ ਉਹਨਾਂ ਨੇ ਉਸ ਆਰੀਆ ਸਮਾਜੀ ਆਦਮੀ ਨੂੰ ਇਹ ਆਖਿਆ ਸੀ, ਕਹਿੰਦੇ ਵੀ ਦੇਖ ਸਿੰਘ ਦੀ ਕਲਾ ਦੇ 2 ਰੂਪ ਦੇਖ, ਇੱਕ ਤਾਂ ਤੂੰ ਪਹਿਲਾ ਰੂਪ ਦੇਖਿਆ ਹੈਗਾ ਜਦੋਂ ਭਾਈ ਸਰਵਣ ਸਿੰਘ ਹੁਣਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਜਿਸ ਸਿਪਾਹੀ ਨੇ ਸਟੇਸ਼ਨ 'ਤੇ ਥੱਪੜ ਮਾਰਿਆ ਸੀਗਾ ਉਹਦੇ ਪੈਰੀਂ ਹੱਥ ਲਾ ਦਿੱਤਾ ਸੀਗਾ। ਪਰ ਦੂਜੇ ਪਾਸੇ ਦੇਖ ਇਹ ਜਿਹੜੇ 4 ਗੋਰੇ ਹੱਟੇ ਕੱਟੇ ਪੁਲਿਸ ਦੇ ਸਿਪਾਹੀ ਆ ਇਹਨਾਂ ਦਾ ਭਾਈ ਸਾਹਿਬ ਨੇ ਇਕੱਲੇ ਨੇ ਕੁੱਟ ਕੇ ਉਹਨਾਂ ਦਾ ਪੂਰੀ ਤਰ੍ਹਾਂ ਭੜਥਾ ਬਣਾ ਦਿੱਤਾ ਹੈਗਾ। ਕਹਿੰਦੇ ਇਹ ਵੀ ਦੇਖ ਇਸ ਸਿੱਖ ਦੇ ਅੰਦਰ ਅਣਖ ਅਤੇ ਗੈਰਤ ਦੀ ਨਿਸ਼ਾਨੀ ਆ। ਜਿੱਥੇ ਐਡੀ ਭਾਰੀ ਸਹਿਣਸ਼ੀਲਤਾ ਹੈਗੀ ਉੱਥੇ ਅਣਖ ਗੈਰਤ ਵੀ ਜਿਹੜੀ ਹੈ ਨਾ ਸਿੱਖਾਂ ਦੇ ਅੰਦਰ ਪੂਰੀ ਤਰ੍ਹਾਂ ਦਸ਼ਮੇਸ਼ ਪਿਤਾ ਜੀ ਨੇ ਭਰੀ ਹੋਈ ਆ। ਫਿਰ ਦੇਖ ਕੇ ਜਿਹੜਾ ਆਰੀਆ ਸਮਾਜੀ ਖੜਾ ਆਦਮੀ ਸੀਗਾ ਉਹ ਫਿਰ ਜ਼ਾਰ ਰੋਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਮੈਨੂੰ ਅੱਜ ਪਤਾ ਲੱਗਾ ਕਿ ਦਸ਼ਮੇਸ਼ ਪਿਤਾ ਨੇ ਜਿੱਥੇ ਗੁਰਸਿੱਖਾਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਦੇ ਗੁਣ ਪੈਦਾ ਕੀਤੇ ਆ ਅਤੇ ਉੱਥੇ ਅਤ ਦਰਜੇ ਦੀ ਸਹਿਣਸ਼ੀਲਤਾ ਅਤੇ ਨਾਲ ਅਣਖ ਅਤੇ ਗੈਰ ਅਤੇ ਵੀਰਤਾ ਅਤੇ ਸੂਰਮਗਤੀ ਵੀ ਇਹਨਾਂ ਦੇ ਵਿੱਚ ਕੁੱਟ ਕੇ ਭਰੀ ਹੋਈ ਆ। ਜਦ ਇਹ ਹਜੇ ਗੱਲਾਂ ਚੱਲ ਹੀ ਰਹੀਆਂ ਸੀਗੀਆਂ ਤਾਂ ਫਿਰ ਉਹ ਜਿਹੜੇ ਤਾਂਗੇ 'ਤੇ ਬੰਨੇ ਹੋਏ 4 ਗੋਰੇ ਅਫਸਰ ਸੀ ਉਹ ਫਿਰ ਮਿਹਨਤਾਂ ਕਰਦੇ ਕਹਿਣ ਲੱਗੇ ਵੀ ਤੁਸੀਂ ਸਾਨੂੰ ਖੋਲ੍ਹ ਦਿਓ ਅਤੇ ਸਾਨੂੰ ਮਾफ़ ਕਰ ਦਿਓ ਅਤੇ ਤੁਸੀਂ ਸਾਨੂੰ ਇਸ ਤਰ੍ਹਾਂ ਬੰਨ੍ਹ ਕੇ ਕਿੱਥੇ ਲਿਜਾਓਗੇ। ਫਿਰ ਬਾਬਾ ਰਣਧੀਰ ਸਿੰਘ ਨੇ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਬੰਨ੍ਹ ਕੇ ਤੁਹਾਡੇ ਅਫਸਰਾਂ ਦੇ ਪੇਸ਼ ਕਰਾਂਗੇ। ਪਰ ਫਿਰ ਉਹ ਜਿਹੜੇ ਗੋਰੇ 4 ਸਿਪਾਹੀ ਸੀ ਉਹਨਾਂ ਨੇ ਆਖਿਆ ਸੀਗਾ ਕਿ ਤੁਸੀਂ ਸਾਨੂੰ ਸਾਡੇ ਅਫਸਰਾਂ ਦੇ ਸਾਹਮਣੇ ਪੇਸ਼ ਨਾ ਕਰੋ ਕਿਉਂਕਿ ਅਸੀਂ ਪਹਿਲਾਂ ਹੀ ਬੁਰੀ ਤਰ੍ਹਾਂ ਕੁੱਟ ਖਾ ਚੁੱਕੇ ਹਾਂ। ਸਾਡਾ ਜਿਹੜਾ ਸਰੀਰ ਦਾ ਮਾਸ ਉਹ ਪੂਰੀ ਤਰ੍ਹਾਂ ਲਾਲ ਹੋ ਚੁੱਕਾ ਔਰ ਜਿਹੜਾ ਮਾਸ ਵਾ ਉਹ ਪੂਰੀ ਤਰ੍ਹਾਂ ਸੁੱਜ ਚੁੱਕਾ। ਸਾਡੇ ਜਿਹੜੇ ਹੱਥ ਪੈਰ ਹੱਡੀਆਂ ਪੈਰ ਆ ਉਹ ਭਾਈ ਸਾਹਿਬ ਨੇ ਕੁੱਟ ਕੇ ਪੂਰੀ ਤਰ੍ਹਾਂ ਸਜਾ ਦਿੱਤੇ। ਹੁਣ ਇਸ ਤੋਂ ਵੱਡੀ ਸਜ਼ਾ ਸਾਨੂੰ ਨਾ ਦਿਓ। ਤਾਂ ਫਿਰ ਬਾਬਾ ਰਣਧੀਰ ਸਿੰਘ ਨੇ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਤੁਸੀਂ ਇਹ ਪ੍ਰਣ ਕਰੋ ਕਿ ਅੱਗੇ ਤੋਂ ਬਾਅਦ ਕਿਸੇ ਵੀ ਇਸਤਰੀ ਲੜਕੀ ਦੇ ਉੱਤੇ ਬੁਰੀ ਨਜ਼ਰ ਨਹੀਂ
ਤੱਕੂਗੇ ਤੇ ਉਸ ਨੂੰ ਬੁਰੀ ਨਜ਼ਰ ਦੇ ਨਾਲ ਨਹੀਂ ਕਦੀ ਵੀ ਜ਼ਿੰਦਗੀ ਦੇ ਵਿੱਚ ਦੇਖੋਗੇ। ਜਦ ਇਹ ਜਿਹੜਾ ਵਚਨ ਸੀ ਬਾਬਾ ਰਣਧੀਰ ਸਿੰਘ ਹੁਣਾਂ ਨੇ ਉਹ 4 ਗੁਰੇ ਅਫਸਰਾਂ ਨੂੰ ਕਿਹਾ ਸੀਗਾ, ਫਿਰ ਉਹਨੇ ਹੱਥ ਜੋੜ ਕੇ ਮਾफ़ੀ ਮੰਗੀ ਸੀ ਤੇ ਨਾਲ ਇਹ ਵੀ ਆਖਿਆ ਸੀਗਾ ਕਿ ਅਸੀਂ ਤੁਹਾਨੂੰ 50 ਰੁਪਈਏ ਦਿੰਦੇ ਹਾਂ, ਸਾਨੂੰ ਖੋਲ੍ਹ ਦਿਓ ਤੇ ਸਾਡੀ ਜਾਨ ਛੱਡ ਦਿਓ। ਫਿਰ ਬਾਬਾ ਰਣਧੀਰ ਸਿੰਘ ਨੂੰ ਕਿਹਾ ਸੀਗਾ ਕਿ ਅਗਰ ਤੁਸੀਂ ਆਪਣੀ ਜਾਨ ਛਡਾਉਣੀ ਆ ਤੇ ਤੁਹਾਨੂੰ ਇਸ ਲੜਕੀ ਤੋਂ ਮਾफ़ੀ ਮੰਗਣੀ ਪਊਗੀ। ਤਾਂ ਫਿਰ ਦੇਖੋ 4 ਗੁਰੇ ਸਿਪਾਹੀਆਂ ਨੇ ਉਹ ਜਿਹੜੀ ਲੜਕੀ ਜਿਹਨੂੰ ਜ਼ਬਰ ਜਨਾਹ ਵਾਸਤੇ ਪਹਿਲਾਂ ਉਹਨਾਂ ਨੇ ਉਸ ਦੇ ਉੱਤੇ ਪੂਰਾ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਫਿਰ ਉਸ ਲੜਕੀ ਨੂੰ ਸਿਸਟਰ ਕਹਿ ਕੇ ਸਿਸਟਰ ਸੌਰੀ ਕਹਿ ਕੇ ਉਹ ਤੋਂ ਮਾफ़ੀ ਮੰਗੀ ਸੀਗੀ। ਤਾਂ ਫਿਰ ਜਿਹੜੇ 50 ਰੁਪਈਏ ਉਹਨਾਂ 4 ਸਿਪਾਹੀਆਂ ਨੇ ਬਾਬਾ ਰਣਧੀਰ ਸਿੰਘ ਹੁਣ ਦੇਣ ਦੀ ਪੇਸ਼ਕਸ਼ ਕੀਤੀ ਸੀ। ਬਾਬਾ ਜੀ ਨੇ ਆਖਿਆ ਸੀਗਾ ਵੀ ਇਹ ਜਿਹੜੇ 50 ਰੁਪਈਏ ਇਸ ਲੜਕੀ ਨੂੰ ਦਿੱਤੇ ਜਾਣ। ਤਾਂ ਫਿਰ ਉਹ ਜਿਹੜੇ 50 ਰੁਪਈਏ ਸੀ ਬਾਬਾ ਰਣਧੀਰ ਸਿੰਘ ਨੇ ਉਸ ਲੜਕੀ ਨੂੰ ਦਵਾਤੇ ਸੀ। ਉਸ ਤੋਂ ਬਾਅਦ ਉਹ 4 ਸਿਪਾਹੀ ਜਿਹੜੇ ਸੀਗੇ ਉੱਥੋਂ ਫਿਰ ਰਫੂ ਚੱਕਰ ਹੋ ਗਏ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹ ਹੈ ਭਾਈ ਸਰਵਣ ਸਿੰਘ ਹੁਣਾਂ ਦੇ ਅੰਦਰ ਐਸੇ ਅਦੁੱਤੀ ਰੂਹਾਨੀਅਤ ਗੁਣ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈਗਾ ਕਿ ਸਿੱਖ ਸਿਧਾਂਤਾਂ ਦੇ ਅੰਦਰ ਸਿੱਖਾਂ ਦੇ ਵਿੱਚ ਜਿੰਨੀ ਭਾਰੀ ਅੱਤ ਦੀ ਸਹਿਣਸ਼ੀਲਤਾ ਹੈਗੀ ਆ ਉਨੀ ਭਾਰੀ ਗੈਰਤ ਤੇ ਆਣਖ ਹੈਗੀ ਆ। ਪਰ ਜਿਸ ਤਰ੍ਹਾਂ ਦਾ ਸਮਾਂ ਆਉਂਦਾ ਹੈ ਨਾ ਉਸ ਸਮੇਂ ਦੇ ਹਿਸਾਬ ਦੇ ਨਾਲ ਗੁਰਸਿੱਖ ਜਿਹੜੇ ਆ ਇਹਨਾਂ ਗੁਣਾਂ ਦਾ ਇਸਤੇਮਾਲ ਕਰਦੇ ਆਏ ਆ ਤੇ ਹੁਣ ਵੀ ਕਰਨਗੇ ਤੇ ਅੱਗੇ ਵੀ ਕਰਦੇ ਰਹਿਣਗੇ। ਸੋ ਦੱਸ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।